ਖੱਟੜ ਸਰਕਾਰ ਹੈ, ਹਰਿਆਣੇ ਦੀ ਗਵਰਨਮੈਂਟ ਹੈ, ਦੱਸੇ ਵੀ ਉਹਨਾਂ ਨੂੰ ਕੇਂਦਰ ਨੇ ਕਿਹਾ ਸੀਗਾ ਵੀ ਤੁਸੀਂ ਪਹੁੰਚਣ ਨਹੀਂ ਦੇਣਾ ਕਿਸਾਨਾਂ ਨੂੰ। ਕੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਤੁਸੀਂ ਹਰਿਆਣਾ ਬਿਲਕੁਲ ਬੰਦ ਕਰ ਦਿਓ? ਦੱਸਣ। ਇਹ ਕੇਂਦਰ ਨੇ ਕਿਹਾ ਸੀਗਾ ਤਾਂ ਟੋਟਲੀ ਐਂਟੀ ਡੈਮੋਕ੍ਰੇਸੀ ਹੈ ਇਹ। ਲੋਕਾਂ ਦੇ ਜਿਹੜਾ ਸੰਵਿਧਾਨਕ ਹੱਕ ਹੈ ਉਹਨਾਂ ਦਾ ਪੂਰਾ ਘਾਣ ਹੈ। ਸਰਕਾਰ ਦਾ ਤਾਂ ਕਹਿਣਾ ਸੀ ਕਿ ਅਸੀਂ ਕਾਮਯਾਬੀ ਵੱਲ ਲੈ ਕੇ ਜਾਵਾਂਗੇ, ਪਰ ਕਿਤੇ ਨਾ ਕਿਤੇ ਦੇਸ਼ ਉਹਨਾਂ ਨੇ ਪਿੱਛੇ ਕਰਤਾ। ਤੁਸੀਂ GDP ਦਾ ਹਾਲ ਦੇਖ ਲਓ, ਉਹ ਕਿੰਨੀ ਥੱਲੇ ਚਲੀ ਗਈ। ਡੀਮੋਨੀਟਾਈਜੇਸ਼ਨ ਨੇ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਕੋਵਿਡ ਤੋਂ ਪਹਿਲਾਂ ਹੀ ਕੀਤਾ। ਸਾਡੀ ਗਰੋਥ ਰੇਟ ਲਗਾਤਾਰ ਘਟੀ। ਇਹ GST ਨੇ ਨੁਕਸਾਨ ਕੀਤਾ, ਸਾਰੇ ਸੂਬਿਆਂ ਦਾ ਕੀਤਾ। ਹੁਣ ਉਹ ਸੂਬਿਆਂ ਨੂੰ ਪੈਸੇ ਨਹੀਂ ਮਿਲ ਰਹੇ। ਕਿਹਾ ਜਾ ਰਿਹਾ ਕਿ ਸੂਬੇ ਲੋਨ ਲੈ ਲੈਣ। ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਉਹਨਾਂ ਦੇ ਪੋਲੀਟਿਕਸ ਆਪਣੀ ਬਦਲਣੀ ਪਈ ਆ ਉਹਨਾਂ ਨੂੰ ਕਿਸਾਨੀ ਸੰਘਰਸ਼ਾਂ ਕਰਕੇ। ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਨੂੰ ਸਮਝਾਉਣ ਦੀ ਗੱਲ ਹੈ। ਸਮਝਾਉਣ ਲਈ ਤੁਹਾਨੂੰ ਦੋ ਗੱਲਾਂ ਚਾਹੀਦੀਆਂ ਹੁੰਦੀਆਂ। ਜਾਂ ਤਾਂ ਤੁਸੀਂ ਪਿਛਲਾ ਤਜਰਬਾ ਲਿਆਓ, ਕੋਈ ਉਹ ਤਜਰਬਾ ਕਿਸਾਨਾਂ ਅੱਗੇ ਰੱਖੋ ਵੀ ਦੇਖੋ ਇਹ ਸੂਬੇ 'ਚ ਅਸੀਂ ਕੀਤਾ ਸੀਗਾ, ਉਹ ਕਾਮਯਾਬ ਹੋ ਗਿਆ। ਹੁਣ ਇਹ ਕਿਸਾਨੀ ਉਹਦੇ 'ਤੇ ਆ ਗਏ। ਇਹ ਪੂਰਾ ਕਾਰਪੋਰੇਟ ਦਾ ਮਾਡਲ ਹੈ। ਕਾਰਪੋਰੇਟ ਨੂੰ ਤੁਸੀਂ ਖੇਤੀ ਸੰਭਾਉਣੀ ਚਾਹੁੰਦੇ ਹੋ, ਕੰਮ ਕਿਸਾਨ ਖੇਤ ਮਜ਼ਦੂਰ ਦੇ ਤੌਰ 'ਤੇ, ਮਜ਼ਦੂਰਾਂ ਦੇ ਤੌਰ 'ਤੇ ਕਰੇਗਾ। ਅਤੇ ਪੈਦਾਵਾਰ ਜਿਹੜੀ ਹੈ, ਜਿਹੜਾ ਲੁੱਟ ਹੋਊਗੀ ਉਹ ਕਾਰਪੋਰੇਟ ਸੈਕਟਰ ਵੱਲੋਂ ਹੋਊਗੀ। ਇਹ ਤਿੰਨ ਕਾਨੂੰਨ ਉਸ ਦਾ ਮਾਡਲ ਹੈ, ਖੁੱਲ੍ਹੀ ਮੰਡੀ ਦਾ ਮਾਡਲ ਹੈ, ਜਿਹੜੇ ਖੇਤੀ ਦੇ ਪੂਰੇ ਖੇਤਰ ਨੂੰ ਲੁਟਾਉਣ ਦਾ ਕੰਮ ਹੈ। ਇਹ ਇੱਥੇ ਦਾ ਹੀ ਨਹੀਂ ਹੈ, ਇਹ ਥਰੂਆਊਟ ਵਰਲਡ ਹੈ। ਜਿਹੜੀ ਸਰਕਾਰ ਆ BJP ਦੀ, ਉਹਦੇ ਦੌਰਾਨ ਵੀ ਬਹੁਤ ਬੁਰੀ ਤਰ੍ਹਾਂ ਵਧੀ ਹੈ। 1% ਲੋਕਾਂ ਕੋਲ 73% ਦੌਲਤ ਜਾ ਰਹੀ ਹੈ ਹਰੇਕ ਸਾਲ। ਇਹਦੀ ਉਦਾਹਰਨ ਇੱਕ ਸਾਹਮਣੇ ਹੈ, ਜੋ ਹੁਣ ਪਿੱਛੇ ਜੇ ਮੱਕੀ ਖਰੀਦੀ ਗਈ ਹੈ ਮੰਡੀਆਂ ਵਿੱਚੋਂ, ਉਹ MSP ਤੋਂ ਘੱਟ ਵਿਕੀ ਹੈ। 1850 ਰੁਪਏ MSP ਦਾ ਰੇਟ ਸੀ, ਪਰ ਉਹ 600-700 ਦੇ ਵਿਚਕਾਰ ਵਿਕੀ ਹੈ, ਕਿਉਂਕਿ ਉਹ ਪ੍ਰਾਈਵੇਟ ਘਰਾਣਿਆਂ ਨੇ ਚੱਕੀ ਹੈ। ਦੇਖੋ, ਮੱਕੀ ਨਹੀਂ ਗੱਲੀ, ਜਵਾਰ, ਬਾਜਰਾ, ਕਪਾਹ, ਇਹ ਸਾਰੀਆਂ MSP ਤੋਂ ਘੱਟ ਵਿਕੀਆਂ। 23 ਫਸਲਾਂ ਦੀਆਂ ਮਿਲਦੀਆਂ, ਅਤੇ MSP ਤਾਂ ਮਿਲਦੀ 6% ਲੋਕਾਂ ਨੂੰ ਹੈ ਨਾ, ਬਾਕੀ ਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ ਕਿੰਨਾ ਬੈਨੀਫਿਟ ਹੈ। ਵਿੱਚ ਕਹਿਣ ਲਈ ਤਾਂ ਸਾਡੇ ਕੋਲ ਹੁਣ ਤੱਕ ਇਹੀ ਹੈ ਨਾ, ਚੰਗੀ ਕੀਮਤ ਲਈ, ਕਿ ਵੀ ਮਿਨੀਮਮ ਸਪੋਰਟ ਪ੍ਰਾਈਸ ਹੁੰਦੀ ਹੈ। ਉਹ ਤੋਂ ਵੱਧ ਮਿਲ ਜੇ ਬਹੁਤ ਵਧੀਆ, ਨਹੀਂ ਘੱਟੋ ਘੱਟ ਉਹ ਮਿਲੇ। ਤੁਸੀਂ ਉਹਨੂੰ ਵੀ ਪਾਉਣ ਲਈ ਤਿਆਰ ਨਹੀਂ ਗੇ, ਅਤੇ ਤੁਸੀਂ ਇਹ ਮਤਲਬ ਇੱਕ ਪੂਰਾ ਕੰਪੇਨ ਚਲਾਈ ਕਿ ਬਹੁਤ ਵਧੀਆ ਇਹਦੀ ਆਜ਼ਾਦੀ ਮਿਲ ਜੂਗੀ, ਇਹਦੇ 'ਚ ਇਹ ਹੋ ਜੂਗਾ। ਪੰਜਾਬੀ ਡਾਕ ਤੇ ਤੁਹਾਡਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਕਿਸਾਨਾਂ ਨੇ ਦਿੱਲੀ ਘੇਰੀ ਹੋਈ ਹੈ, ਦਿੱਲੀ ਨੂੰ ਘੇਰ ਕੇ ਕਿਸਾਨ ਬੈਠੇ ਨੇ। ਇੱਕ ਗੱਲ ਕਿਸਾਨਾਂ ਦੀ ਡਿਮਾਂਡ ਹੈ ਕਿ ਜੋ ਖੇਤੀ ਕਾਨੂੰਨ ਸਰਕਾਰ ਨੇ ਪੰਜਾਬ ਦੇ ਮੱਥੇ ਮੜੇ ਨੇ, BJP ਉਹਨਾਂ ਕਾਨੂੰਨਾਂ ਨੂੰ ਵਾਪਸ ਲਵੇ। ਪਰ BJP ਦੀ ਸਰਕਾਰ, BJP ਦੀ ਹਕੂਮਤ, ਉਹਨਾਂ ਦੇ ਫਿਰ ਬਿਆਨ ਆਏ ਕਿ ਕਾਨੂੰਨ ਤਾਂ ਨਹੀਂ ਵਾਪਸ ਹੁੰਦੇ ਹੈਗੇ, ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਗੱਲਬਾਤ ਕਰਨ ਲਈ ਕਿਸਾਨ ਰਾਜ਼ੀ ਨਹੀਂ। ਕਿਸਾਨਾਂ ਦਾ ਕਹਿਣਾ ਕਿ ਸਾਨੂੰ ਤੁਸੀਂ ਪਹਿਲਾਂ ਵੀ 2 ਵਾਰ ਬੁਲਾ ਕੇ ਸਾਨੂੰ ਸਮਝਾਉਣ ਲੱਗ ਜਾਂਦੇ ਹੋ ਕਿ ਕਾਨੂੰਨਾਂ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ। ਸਾਡੀ ਇੱਕੋ ਗੱਲ ਹੈ ਕਿ ਵਾਪਸ ਕੀਤੇ ਜਾਣ, ਪਰ BJP ਦਾ ਰੋਹ ਹੈ ਜੋ ਵਾਪਸ ਕਰਨ ਦੇ ਰੁੱਖ 'ਚ ਨਹੀਂ ਹੈ। ਲੋਕਤੰਤਰ ਦੇ ਵਿੱਚ ਸਰਕਾਰਾਂ ਚੁਣੀ ਜਾਂਦੀਆਂ, ਲੋਕਾਂ ਦੁਆਰਾ ਸਰਕਾਰਾਂ ਚੁਣੀਆਂ ਜਾਂਦੀਆਂ ਨੇ, ਲੋਕਾਂ ਲਈ ਸਰਕਾਰਾਂ ਚੁਣੀਆਂ ਜਾਂਦੀਆਂ ਨੇ। ਪਰ ਸਰਕਾਰਾਂ ਦੀ ਅੜੀ ਇਹ ਪਹਿਲਾਂ ਵੀ ਸਰਕਾਰਾਂ ਅੜੀਆਂ ਕਰਦੀਆਂ ਰਹੀਆਂ ਨੇ, ਅਤੇ ਖੈਰ ਸਮੇਂ-ਸਮੇਂ 'ਤੇ ਸਰਕਾਰਾਂ ਵਾਪਸ ਮੁੜਦੀਆਂ ਵੀ ਰਹੀਆਂ ਨੇ। ਇਸੇ ਗੱਲ ਨੂੰ ਲੈ ਕੇ ਅੱਜ ਸਾਡੇ ਨਾਲ ਖੇਤੀ ਮੁੱਦੇ 'ਤੇ ਗੱਲ ਕਰਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੈੱਡ ਆਫ ਡਿਪਾਰਟਮੈਂਟ ਇਕਨੋਮਿਕਸ ਦੇ ਬਲਵਿੰਦਰ ਟਵਾਣਾ ਜੀ ਨੇ। ਇਹਨਾਂ ਤੋਂ ਵੀ ਜਾਣਦੇ ਹਾਂ ਆਪਾਂ। ਟਵਾਣਾ ਸਾਹਿਬ, ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਨਾ ਕਿਸਾਨੀ ਸੰਘਰਸ਼ਾਂ ਨੂੰ? ਮੈਂ ਪਹਿਲਾਂ ਹੈੱਡ ਸੀਗਾ ਡਿਪਾਰਟਮੈਂਟ ਦਾ, ਅਤੇ ਫਾਰਮਰ ਹੈੱਡ ਆ। ਅਤੇ ਕਿਸਾਨੀ ਸੰਘਰਸ਼ ਜਿਹੜਾ ਇਹ ਸੰਘਰਸ਼ ਉੱਠਿਆ ਆਜ਼ਾਦੀ ਤੋਂ ਬਾਅਦ, ਪਹਿਲਾਂ ਆਜ਼ਾਦੀ ਤੋਂ ਬਾਅਦ ਕਿਸਾਨੀ ਸੰਘਰਸ਼ ਕਈ ਵਾਰੀ ਉੱਠਿਆ। ਖੁਸ਼ਹਸੈਤੀ ਟੈਕਸ ਦੇ ਬਾਰੇ 'ਚ ਉੱਠਿਆ, ਬੈਟਰਮੈਂਟ ਲੇਵੀ ਦੇ ਬਾਰੇ 'ਚ ਵੀ ਉੱਠਿਆ। ਮੈਂ ਕਈ ਸੰਘਰਸ਼ਾਂ ਨੂੰ ਜਾਣਦਾ। ਉਹ ਜਿਹੜੇ ਸੰਘਰਸ਼ ਸੀਗੇ ਉਹ ਇਕੱਲੀ ਕਿਸਾਨ ਜਥੇਬੰਦੀ ਜਾਂ 2 ਕਿਸਾਨ ਜਥੇਬੰਦੀਆਂ ਦੇ ਸੀਗੇ। ਇਹ ਪਹਿਲੀ ਵਾਰੀ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਉਹ ਇਸ ਦੇ ਖਿਲਾਫ ਨੇ ਅਤੇ ਇਕੱਠੇ ਹੈ। ਅਤੇ ਪਹਿਲਾਂ ਜਿਹੜੇ ਪੋਲੀਟਿਕਸ ਜਾਂ ਪੋਲੀਟੀਕਲ ਪਾਰਟੀਆਂ, ਉਹਨਾਂ ਤੋਂ ਇੰਨਾ ਅਸਰਅੰਦਾਜ਼ ਕਦੇ ਵੀ ਨਹੀਂ ਹੋਈਆਂ ਜਿੰਨੀ ਇਸ ਐਜੀਟੇਸ਼ਨ ਤੋਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਉਹਨਾਂ ਦੇ ਪੋਲੀਟਿਕਸ ਆਪਣੀ ਬਦਲਣੀ ਪਈ ਆ ਉਹਨਾਂ ਨੂੰ ਕਿਸਾਨੀ ਸੰਘਰਸ਼ਾਂ ਕਰਕੇ। ਸੋ ਇਸ ਲਈ ਜਿਹੜੇ ਕਿਸਾਨਾਂ ਦਾ ਜਿਹੜਾ ਖਦਸ਼ਾ
ਜਿਹੜਾ ਉਹਨਾਂ ਦਾ ਖਦਸ਼ਾ ਹੀ ਨਹੀਂ ਹੈ, ਜਿਹੜਾ ਉਹਨਾਂ ਨੂੰ ਦਿਖਦਾ ਕਲੀਅਰ ਕੱਟ ਕਿ ਬਾਰ-ਬਾਰ ਜਿਹੜੇ ਤੁਸੀਂ ਬਜ਼ੁਰਗ ਨੂੰ ਕਹੋਗੇ ਉਹ ਆਪਣੇ ਬੱਚਿਆਂ ਦੀ ਗੱਲ ਕਰਦਾ, ਉਹ ਆਪਣੇ ਆਉਣ ਵਾਲੀ ਪੀੜ੍ਹੀ ਦੀ ਗੱਲ ਕਰਦਾ। ਇਸ ਕਰਕੇ ਉਹਦੇ 'ਚ ਬਹੁਤ ਸਾਰੇ ਜੰਗ ਬੰਦੇ ਵੀ ਸ਼ਾਮਿਲ ਹੈ। ਜਿੰਨੀਆਂ ਰੋਕਾਂ ਤੋੜੀਆਂ ਗਈਆਂ ਉਹ 'ਚ ਬਹੁਤੇ ਜ਼ਿਆਦਾ ਜੰਗ ਬੰਦੇ ਸੀਗੇ ਅਤੇ ਬਹੁਤ ਸਾਰੇ ਬੰਦੇ ਕਾਫੀ ਕਿਸਾਨ ਜਿਹੜੇ ਆ ਉਹ ਸ਼ਹੀਦ ਵੀ ਹੋ ਗਏ ਆ, ਸੱਟਾਂ ਵੀ ਵੱਜੀਆਂ, ਉਹ ਜ਼ਖਮੀ ਵੀ ਹੋਇਆ। ਸੋ ਇਹ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਨੂੰ ਸਮਝਾਉਣ ਦੀ ਗੱਲ ਹੈ। ਸਮਝਾਉਣ ਲਈ ਤੁਹਾਨੂੰ ਦੋ ਗੱਲਾਂ ਚਾਹੀਦੀਆਂ ਹੁੰਦੀਆਂ, ਜਾਂ ਤਾਂ ਤੁਸੀਂ ਪਿਛਲਾ ਤਜਰਬਾ ਲਿਆਓ ਕੋਈ, ਉਹ ਤਜਰਬਾ ਕਿਸਾਨਾਂ ਅੱਗੇ ਰੱਖੋ ਵੀ ਦੇਖੋ ਇਹ ਸੂਬੇ 'ਚ ਅਸੀਂ ਕੀਤਾ ਸੀਗਾ, ਉਹ ਕਾਮਯਾਬ ਹੋ ਗਿਆ, ਇਸ ਲਈ ਅਸੀਂ ਜਿਹੜਾ ਹੁਣ ਕਰਨ ਜਾ ਰਹੇ ਹਾਂ। ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਐਕਸਪੈਰੀਮੈਂਟ ਦੀ ਲੈਬ ਹੈ ਕੋਈ ਹਿੰਦੁਸਤਾਨ। ਤੁਸੀਂ ਕਿਸੇ ਏਰੀਏ 'ਚ ਕਰਕੇ ਦੇਖੋ, ਫਿਰ ਤੁਸੀਂ ਲਿਆਓ, ਫਿਰ ਉਹਨਾਂ ਨੂੰ ਕਰੋ। ਜਿਹੜਾ ਕੱਲ੍ਹ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ, ਉਹ ਇੱਕ ਬੰਦੇ ਦੀ ਉਦਾਹਰਨ ਦੇ ਰਿਹਾ, ਪਰ ਜ਼ਿਆਦਾਤਰ ਜਿਹੜੀ ਮੱਕੀ ਹੈ ਉਹ MSP ਤੋਂ ਥੱਲੇ ਵਿਕੀ ਹੈ, ਪੰਜਾਬ 'ਚ ਵੀ ਥੱਲੇ ਵਿਕੀ ਹੈ। ਅਤੇ ਇਸ ਕਰਕੇ ਕਿਵੇਂ ਲੋਕ ਮੰਨ ਲੈਣਗੇ ਵੀ ਜੋ ਤੁਸੀਂ ਕਹਿੰਦੇ ਹੋ। ਦੇਖੋ ਇਹਦਾ ਪੂਰਾ ਇਸ ਸਰਕਾਰ ਦੇ ਬਾਰੇ 'ਚ ਪਹਿਲਾਂ CA 'ਤੇ ਐਜੀਟੇਸ਼ਨ ਹੋਈ, ਸ਼ਾਹੀਨ ਬਾਗ ਬਹੁਤ ਮਸ਼ਹੂਰ ਹੈ ਇੰਟਰਨੈਸ਼ਨਲੀ, ਉਹਨਾਂ ਨਾਲ ਗੱਲ ਨਹੀਂ ਕੀਤੀ ਹੀ ਨਹੀਂ। ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਜਿਹੜੇ ਲੋਕ ਨੇ, ਜਿਹਦੇ ਸਟੇਕ ਹੋਲਡਰ ਨੇ, ਉਹਨਾਂ ਨਾਲ ਗੱਲ ਕਰਨੀ ਚਾਹੀਦੀ। ਉਦੋਂ ਵੀ ਇਹੀ ਕਹਿੰਦੇ ਰਹੇ ਵੀ ਕਿਸੇ ਦੀ ਕੋਈ ਸਿਟੀਜ਼ਨਸ਼ਿਪ ਨਹੀਂ ਜਾਂਦੀ, ਹੋਰ ਨਹੀਂ ਜਾਂਦੀ, ਇਹਨਾਂ ਨੂੰ ਖਦਸ਼ੇ ਹੈ, ਉਦੋਂ ਵੀ ਇਹੀ ਕੁਛ ਕਿਹਾ ਜਾਂਦਾ ਰਿਹਾ। ਹੁਣ ਇਹ ਕਿਸਾਨੀ ਉਹਦੇ 'ਤੇ ਆ ਗਏ। ਇਹ ਪੂਰਾ ਕਾਰਪੋਰੇਟ ਦਾ ਮਾਡਲ ਹੈ। ਕਾਰਪੋਰੇਟ ਨੂੰ ਤੁਸੀਂ ਖੇਤੀ ਸੰਭਾਉਣੀ ਚਾਹੁੰਦੇ ਹੋ, ਕੰਮ ਕਿਸਾਨ ਖੇਤ ਮਜ਼ਦੂਰ ਦੇ ਤੌਰ 'ਤੇ, ਮਜ਼ਦੂਰਾਂ ਦੇ ਤੌਰ 'ਤੇ ਕਰੇਗਾ, ਅਤੇ ਪੈਦਾਵਾਰ ਜਿਹੜੀ ਹੈ, ਜਿਹੜਾ ਲੁੱਟ ਹੋਊਗੀ ਉਹ ਕਾਰਪੋਰੇਟ ਸੈਕਟਰ ਵੱਲੋਂ ਹੋਊਗੀ। ਇਹ ਤਿੰਨ ਕਾਨੂੰਨ ਉਸ ਦਾ ਮਾਡਲ ਹੈ, ਖੁੱਲ੍ਹੀ ਮੰਡੀ ਦਾ ਮਾਡਲ ਹੈ, ਜਿਹੜੇ ਖੇਤੀ ਦੇ ਪੂਰੇ ਖੇਤਰ ਨੂੰ ਲੁਟਾਉਣ ਦਾ ਕੰਮ ਹੈ। ਇਹ ਇੱਥੇ ਦਾ ਹੀ ਨਹੀਂ ਹੈ, ਇਹ ਥਰੂ ਆਊਟ ਵਰਲਡ ਹੈ। ਅਤੇ ਖੇਤੀ ਇੱਕ ਐਸਾ ਪੈਦਾਵਾਰ ਹੈਗੀ ਹੈ ਜਿਹਦੀ ਖਪਤ ਹੋਣੀ ਹੀ ਹੋਣੀ ਹੈ। ਸੋ ਉਹਦੇ 'ਚ ਬਹੁਤ ਸਾਰੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ। ਜਿਵੇਂ ਹਿੰਦੁਸਤਾਨ 'ਚ ਪਹਿਲਾਂ ਕੋਈ ਚਾਹ ਨਹੀਂ ਸੀਗੀ, ਚਾਹ ਅੰਗਰੇਜ਼ਾਂ ਵੇਲੇ ਆਈ, ਅੰਗਰੇਜ਼ਾਂ ਨੇ ਉਹ ਸਟੇਟਸ ਲਾਈਆਂ, ਅਤੇ ਉਹ ਹੁਣ ਸਾਰੇ ਹਿੰਦੁਸਤਾਨ ਦੇ ਵਿੱਚ ਚਾਹ ਦੀ ਬਹੁਤ ਵੱਡੀ ਮਾਰਕੀਟ ਪੈਦਾ ਕਰਕੇ ਉਹਦੇ 'ਤੇ ਲੁੱਟ ਹੋ ਰਹੀ ਹੈ। ਹਾਂਜੀ, ਪ੍ਰਾਈਵੇਟ ਕੰਪਨੀਆਂ ਚਲਾ ਰਹੀਆਂ। ਇੰਡੀਗੋ ਦੀ ਖੇਤੀ ਅੰਗਰੇਜ਼ਾਂ ਵੱਲੋਂ ਕਰਾਈ ਗਈ ਆਪਣੇ ਹਿੱਤ ਲਈ, ਉਹ ਬਹੁਤ ਵੱਡੀ ਜਿਹੜੀ ਇੱਕ ਉਦਾਹਰਨ ਹੈ। ਸੋ ਇਸ ਲਈ ਇਹ ਜਿਹੜੀ ਹੁਣ ਹੋ ਰਿਹਾ ਕਿ ਤੁਸੀਂ ਤਿੰਨੇ ਹੀ ਐਕਟ ਇੱਕ ਲੜੀ ਹੈ, ਔਰ ਇਹ ਇਕੱਲੇ ਕਿਸਾਨਾਂ ਲਈ ਨਹੀਂ ਹੈ। ਇਹ ਜਿਹੜੀ ਸਾਡੀ ਪੂਰੀ ਹਿੰਦੁਸਤਾਨ ਹੈ, ਉਹਦੇ 'ਚ ਖਪਤਕਾਰ ਹੋਣ, ਉਹਦੇ 'ਚ ਮਜ਼ਦੂਰ ਹੋਣ, ਉਹਦੇ 'ਚ ਮਜ਼ਦੂਰ ਸ਼ਹਿਰਾਂ 'ਚ ਹੋਣ, ਚਾਹੇ ਉਹ ਮੰਡੀਆਂ 'ਚ ਹੋਣ, ਉਹ ਸਾਰੇ ਹੀ ਜਿਹੜੇ ਪ੍ਰਭਾਵਿਤ ਹੋਣਗੇ। ਇਹ ਸਾਰਿਆਂ ਦੀ ਲੁੱਟ ਦਾ ਸਮਾਨ ਹੈ, ਇਕੱਲਾ ਕਿਸਾਨਾਂ ਦੇ। ਕਿਸਾਨਾਂ ਨੇ ਤਾਂ ਬਰਬਾਦ ਹੋਣਾ ਇਹਦੇ ਨਾਲ, ਕਿ ਤੁਸੀਂ ਜ਼ਮੀਨ ਜਿਹੜੀ ਹੈ ਉਹ ਵੀ ਜਾਏਗੀ, ਉਹਦੇ ਉੱਤੇ ਫਸਲ ਕਿਹੜੀ ਹੋਊਗੀ ਉਹ ਵੀ ਤੁਹਾਡਾ ਨਿਰਣਾ ਜਾਊਗਾ। ਤੁਹਾਡੀ ਜਿਹੜੀ ਥੋੜ੍ਹੀ ਬਾਹਲੀ ਸਵੈ ਨਿਰਭਰਤਾ ਛੋਟੇ ਕਿਸਾਨ ਦੀ ਜੀਵਨ ਦੀ ਹੈ ਨਾ, ਸਵੈ ਨਿਰਭਰਤਾ, ਕਿ ਜੀਆ ਜਾ ਸਕਦਾ, ਉਹ ਜਿਹੜੇ ਬਾਕੀ ਦੇ ਜਿਵੇਂ ਸੂਬੇ ਹੈ ਜਿਹਦੇ 'ਚ 5 ਏਕੜ ਤੋਂ ਥੱਲੇ ਆ, ਉਹ ਸਾਰਾ ਕੁਛ ਆਪਣਾ ਉੱਥੇ ਹੀ ਪੈਦਾ ਕਰਦੇ ਆ, ਉਹ ਵੀ ਜਾਊਗਾ। ਸੋ ਕੰਪਨੀ ਦੱਸੂਗੀ ਤੁਸੀਂ ਕੀ ਬੀਜਣਾ, ਕੰਪਨੀ ਦੱਸੂਗੀ ਤੁਸੀਂ ਕਿਵੇਂ ਬੀਜਣਾ, ਕਿਹੜੀ ਤਕਨੀਕ ਲਾਉਣੀ ਹੈ, ਕਿਹੜੀਆਂ ਮਸ਼ੀਨਾਂ ਵਰਤਣੀਆਂ। ਫਿਰ ਉਹ ਕੋਈ ਜਿਹੜਾ ਰਿਟੇਲ ਟਰੇਡ ਹੈ ਹਿੰਦੁਸਤਾਨ ਦਾ, ਉਹ 12,000 ਅਰਬ ਦਾ ਹੈਗਾ ਜਿਹੜਾ ਬਾਜ਼ਾਰ ਹੈ, ਉਹਦੇ 'ਤੇ ਨਜ਼ਰ ਹੈ। ਤੁਸੀਂ ਜੇ ਦੇਖੋ ਤਾਂ ਜਿਹੜਾ ਜ਼ੁਕਰਬਰਗ ਹੈ, ਜਿਹੜਾ ਉਹਦੇ ਨਾਲ ਮੋਦੀ ਦੀ ਮੀਟਿੰਗ ਤੋਂ ਬਾਅਦ ਮਈ 'ਚ 4 ਗੁਣਾ ਡਿਜੀਟਲ ਦਾ ਵਪਾਰ ਵਧਿਆ ਹੈ ਨਾ, ਔਨਲਾਈਨ ਦਾ ਹੋਰ ਦਾ। ਇਹ ਹੁਣ ਮਾਰਕੀਟ ਤੁਸੀਂ ਡਿਜੀਟਲ ਕਰ ਦਿਓ, ਫਿਰ ਉਹਨੂੰ ਵਾਲਮਾਰਟ, ਮੌਨਸੈਂਟੋ, ਕਾਰਗਿਲ ਵੱਡੀਆਂ ਕੰਪਨੀਆਂ ਦੇ ਹਵਾਲੇ ਕਰ ਦਿਓ, ਫਿਰ ਉਹ ਤੁਸੀਂ ਉਹ ਪੈਦਾ ਕਰਾਓ, ਫਿਰ ਉਹ ਖਰੀਦੋ, ਫਿਰ ਉਹਦੀ ਸਟੋਰੇਜ ਕਰੋ, ਫਿਰ ਉਹਨੂੰ ਮਨਮਾਹੇ ਜਿਹੜਾ ਪੈਸੇ ਕੀਮਤ 'ਤੇ, ਆਪਣੀਆਂ ਵੱਡੀਆਂ ਕੀਮਤਾਂ 'ਤੇ ਵੇਚ ਕੇ ਵੱਡਾ ਮੁਨਾਫਾ ਕਮਾਓ। ਇਹ ਇਸ ਕਰਕੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਪੂਰਾ ਖਦਸ਼ਾ ਹੀ ਨਹੀਂ ਹੈ, ਯਕੀਨ ਹੈ ਕਿ ਇਹ ਬਰਬਾਦੀ ਦਾ ਸਮਾਨ ਹੈ। ਦੂਜੀ ਗੱਲ ਹੈਗੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਪਹਿਲਾਂ ਇੱਕ ਸੈਕਟਰੀ ਦੇ ਤੌਰ 'ਤੇ ਕਰਨ ਦੀ ਗੱਲ ਹੋਈ, ਫਿਰ ਮੰਤਰੀਆਂ ਦੇ ਤੌਰ 'ਤੇ, ਫਿਰ ਬੇਇੱਜ਼ਤੀ ਦੀ ਗੱਲ ਹੋਈ, ਫਿਰ ਜਾ ਕੇ ਗੱਲ ਹੋਈ। ਹੁਣ ਵੀ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ, ਕਿਸਾਨਾਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਕਰਨ ਦੇ ਵਿੱਚ ਟੋਟਲੀ ਨਾਕਾਮ ਹੈ, ਫੇਲ ਹੈ, ਕਿ ਉਹਨਾਂ ਦਾ ਕੋਈ ਵਿਸ਼ਵਾਸ ਹੈ ਕੇਂਦਰ ਦੀ ਸਰਕਾਰ 'ਤੇ। ਜਿਵੇਂ ਦਾ ਬਿਹੇਵੀਅਰ 26-27 ਵਾਲੇ ਜਿਹੜੇ ਇਹ ਚੱਲੇ ਹੈ, ਕਿ ਕਿਸਾਨਾਂ ਦਾ ਹਰਿਆਣਾ ਦੀ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ,
ਐਕਟ ਪਾਸ ਕਰੇ ਕੇਂਦਰ ਨੇ, ਕੇਂਦਰ ਦੀ ਸਰਕਾਰ ਦੇ ਖਿਲਾਫ ਉਹ ਚੱਲੇ ਆ, ਤੇ ਜੇ ਉਹਦੇ ਖਿਲਾਫ ਚੱਲਿਆ ਉਹਨਾਂ ਦਾ ਲੈਣਾ ਦੇਣਾ ਕੇਂਦਰ ਦੀ ਸਰਕਾਰ ਨਾਲ, ਵਿੱਚ ਹਰਿਆਣੇ ਦੀ ਸਰਕਾਰ ਕਿੱਥੋਂ ਆ ਗਈ? ਉੱਥੋਂ ਇੱਕ ਲਾਂਘਾ ਜਾਂਦਾ, ਨੈਸ਼ਨਲ ਹਾਈਵੇ ਜਾਂਦਾ, ਤੁਸੀਂ ਉਹ ਬੰਦ ਕਰਤਾ। ਤੁਸੀਂ ਇਹ ਪੂਰਾ ਰੋਕਿਆ ਜਾਂਦਾ। ਜਿਹੜੀ ਖੱਟੜ ਸਰਕਾਰ ਹੈ, ਹਰਿਆਣੇ ਦੀ ਗਵਰਨਮੈਂਟ ਹੈ, ਦੱਸੇ ਵੀ ਉਹਨਾਂ ਨੂੰ ਕੇਂਦਰ ਨੇ ਕਿਹਾ ਸੀਗਾ ਵੀ ਤੁਸੀਂ ਪਹੁੰਚਣ ਨਹੀਂ ਦੇਣਾ ਕਿਸਾਨਾਂ ਨੂੰ? ਕੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਤੁਸੀਂ ਹਰਿਆਣਾ ਬਿਲਕੁਲ ਬੰਦ ਕਰ ਦਿਓ? ਦੱਸਣ। ਜੇ ਕੇਂਦਰ ਨੇ ਕਿਹਾ ਸੀਗਾ ਤਾਂ ਟੋਟਲੀ ਐਂਟੀ ਡੈਮੋਕ੍ਰੇਸੀ ਹੈ ਇਹ। ਲੋਕਾਂ ਦੇ ਜਿਹੜਾ ਸੰਵਿਧਾਨਕ ਹੱਕ ਹੈ ਉਹਨਾਂ ਦਾ ਪੂਰਾ ਘਾਣ ਹੈ, ਲੇਕਿਨ ਲੋਕ ਲੜ ਕੇ ਉੱਥੇ ਪਹੁੰਚ ਗਏ। ਹੁਣ ਤੁਸੀਂ ਉੱਥੇ ਪਹਿਲਾਂ ਨਹੀਂ ਦਿੱਤੀ ਉਹਨੂੰ ਇਜਾਜ਼ਤ, ਹੁਣ ਤੁਸੀਂ ਉਹਨੂੰ ਇਜਾਜ਼ਤ ਦਿੱਤੀ ਹੈ, ਫਿਰ ਉਹਦੇ ਕੰਡੀਸ਼ਨਾਂ ਲਾਦੀਆਂ, ਬਰਾੜੀ ਆ ਕੇ ਬੈਠੋ। ਸ਼ਾਹੀਨ ਬਾਗ 'ਚ ਬੈਠੇ ਲੋਕਾਂ ਨਾਲ ਤੁਸੀਂ ਇੰਨੇ ਮਹੀਨੇ ਗੱਲ ਨਹੀਂ ਕੀਤੀ, ਤੇ ਹੁਣ ਤੁਸੀਂ ਬਰਾੜੀ ਬਿਠਾ ਕੇ, ਇਹਦਾ ਮਤਲਬ ਉਹਨਾਂ ਨਾਲ ਇੱਕ ਮਾਹੌਲ ਕਰਨਾ ਚਾਹੁੰਦੇ ਹੋ। ਇਸ ਲਈ ਕਿਸਾਨ ਅਵੇਅਰ ਹੈ, ਉਹਨਾਂ ਨੂੰ ਕੋਈ ਫੇਥ ਨਹੀਂ ਹੈ। ਬਹੁਤ ਵੱਡਾ ਇੱਕ ਭਰੋਸੇ ਦਾ ਜਿਹੜਾ ਨਾ ਗੈਪ ਹੈ, ਡੈਫਿਸਿਟ ਹੈ, ਜਿਹੜਾ ਕੇਂਦਰ ਸਰਕਾਰ ਨੂੰ ਭਰਨਾ ਚਾਹੀਦਾ, ਪਰ ਹਾਲੇ ਤੱਕ ਉਹਦੇ ਲਈ ਕੋਈ ਸੀਰੀਅਸ ਕਦਮ ਕੇਂਦਰ ਵੱਲੋਂ ਨਹੀਂ ਹੈ। ਇੱਧਰ ਉੱਧਰ ਕਰਕੇ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਇਸ ਐਜੀਟੇਸ਼ਨ ਨੂੰ ਸਕਟਲ ਕਰ ਦਿਓ, ਫੇਲ ਕਰ ਦਿਓ, ਫਿਰ ਜਿਹੜੇ ਕਾਨੂੰਨ ਹੈ ਜਿਵੇਂ ਦੇ ਕੀਤੇ ਵੇ ਉਹ ਲਾਗੂ ਕਰ ਦਿਓ। ਇਹ ਕਾਨੂੰਨਾਂ ਦੇ ਵਿੱਚ ਇਸ ਤਰ੍ਹਾਂ ਦਾ ਵਰਤੋਂ ਕਰਕੇ ਪ੍ਰੋ ਕਾਰਪੋਰੇਟ ਦਾ ਪੂਰਾ ਹਿੱਤ ਪਾ ਕੇ ਲੋਕ ਵਿਰੋਧੀ ਤੇ ਖਾਸ ਕਰਕੇ ਕਿਸਾਨ ਵਿਰੋਧੀ ਇਹ ਕੰਮ ਕਰੋ। ਬੀਜੇਪੀ ਸਰਕਾਰ ਦੀਆਂ ਜੋ ਆਰਥਿਕ ਨੀਤੀਆਂ ਨੇ, ਚਾਹੇ GST ਹੋ ਗਿਆ, ਨੋਟਬੰਦੀ ਹੋ ਗਈ, ਉਹਨਾਂ ਕਿਤੇ ਨਾ ਕਿਤੇ ਦੇਸ਼ ਨੂੰ ਇੱਕ ਮੰਨ ਲਓ ਕਿ ਵੀ ਸਰਕਾਰ ਦਾ ਤਾਂ ਕਹਿਣਾ ਸੀ ਕਿ ਅਸੀਂ ਕਾਮਯਾਬੀ ਵੱਲ ਲੈ ਕੇ ਜਾਵਾਂਗੇ, ਪਰ ਕਿਤੇ ਨਾ ਕਿਤੇ ਦੇਸ਼ ਉਹਨਾਂ ਨੇ ਪਿੱਛੇ ਕਰਤਾ। ਤੁਸੀਂ GDP ਦਾ ਹਾਲ ਦੇਖ ਲਓ, ਉਹ ਕਿੰਨੀ ਥੱਲੇ ਚਲੀ ਗਈ। ਇਹ ਫਿਰ ਨੀਤੀਆਂ ਅੱਗੇ ਵੀ ਸਰਕਾਰ ਅੱਗੇ ਵੀ ਦੇਸ਼ ਨੂੰ ਕਿਤੇ ਨਾ ਕਿਤੇ ਨਿਘਾਰ ਵੱਲ ਲੈ ਕੇ ਜਾਣਗੀਆਂ। ਇਹ ਪੱਕਾ ਡੀਮਨੀਟਾਈਜੇਸ਼ਨ ਨੇ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਕੋਵਿਡ ਤੋਂ ਪਹਿਲਾਂ ਹੀ ਕੀਤਾ। ਸਾਡੀ ਗਰੋਥ ਰੇਟ ਲਗਾਤਾਰ ਘਟੀ, ਫਿਰ GST ਨੇ ਨੁਕਸਾਨ ਕੀਤਾ, ਸਾਰੇ ਸੂਬਿਆਂ ਦਾ ਕੀਤਾ। ਹੁਣ ਉਹ ਸੂਬਿਆਂ ਨੂੰ ਪੈਸੇ ਨਹੀਂ ਮਿਲ ਰਹੇ, ਕਿਹਾ ਜਾ ਰਿਹਾ ਕਿ ਸੂਬੇ ਲੋਨ ਲੈ ਲੈਣ, ਜ਼ਿੰਮੇਵਾਰੀ ਕੇਂਦਰ ਦੀ ਹੈ ਤੇ ਲੋਨ ਸੂਬੇ ਲੈਣ, ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ। ਫਿਰ ਤੁਸੀਂ ਸਾਰੇ ਪੈਸੇ ਜਿਹੜੇ ਹੈ ਕੇਂਦਰੀਕਰਨ ਕਰਕੇ RBI ਤੋਂ ਪੈਸੇ ਲਏ, ਬਾਕੀ ਦੇ ਲਏ, ਉਹ ਕਾਰਪੋਰੇਟ ਦੇ ਪ੍ਰੋ। ਜੇ ਟੋਟਲ ਦੇਖੋ ਕੋਵਿਡ ਦੀ ਡੀਲਿੰਗ ਵੀ ਉਹ ਪ੍ਰੋ ਕਾਰਪੋਰੇਟ ਭੁਗਤੀ ਆ, ਉਹਨਾਂ ਨੂੰ ਜ਼ਿਆਦਾ ਕੰਸੈਸ਼ਨ ਦਿੱਤੇ ਗਏ, ਬਾਕੀਆਂ ਨੂੰ ਤਾਂ ਲੋਨ ਹੀ ਦਿੱਤੇ ਗਏ। ਈਵਨ ਕਿਸਾਨੀ ਨੂੰ ਵੀ 3 ਕਰੋੜ ਦੇ ਲੋਨ ਦੀ ਗੱਲ ਹੋਈ ਕਿ ਲੋਨ ਤੁਸੀਂ ਹੋਰ ਲੈ ਲਓ। ਸੋ ਇਸ ਲਈ ਜਿਹੜੀ ਇਹ ਪੂਰੀ ਸਰਕਾਰ ਮੰਨਣਾ ਹੈ ਨਹੀਂ ਉਹਨਾਂ। ਡੀਮਨੀਟਾਈਜੇਸ਼ਨ 'ਤੇ ਕੋਈ ਡਿਸਕਸ਼ਨ ਨਹੀਂ, ਕੋਈ ਡਿਬੇਟ ਨਹੀਂ। ਉਹ ਇਹੀ ਕਹਿੰਦੇ ਆ ਬਸ ਵਧੀਆ ਸੀਗਾ, ਠੀਕ ਸੀਗਾ, ਬੇਗ ਗੱਲ ਹੈ। ਉਹੀ GST 'ਤੇ ਹੁਣ ਕੋਈ ਡਿਬੇਟ ਨਹੀਂ ਕਿ ਕੀ ਹੋਇਆ। ਇਸੇ ਕਰਕੇ ਜਿਹੜਾ ਇੱਕ ਚੱਲਣ ਹੈ ਨਾ ਕਿ ਆਪਣਾ ਤੁਸੀਂ ਪਰਸੈਪਸ਼ਨ ਦੇ ਬੇਸ 'ਤੇ ਰੌਲਾ ਪਾਓ ਬਿਨਾਂ ਐਵੀਡੈਂਸ। ਇਹ ਕਿਸਾਨ ਜਿਹੜੇ ਕਾਨੂੰਨ ਨੇ ਪਿਛਲੇ ਕਈ ਸਾਲਾਂ ਦੇ ਵਿੱਚ 2003 ਤੋਂ ਬਾਅਦ ਲਗਾਤਾਰ ਹਿੰਦੁਸਤਾਨ 'ਚ ਇਨਕੁਐਲਿਟੀ ਵੱਧ ਰਹੀ ਹੈ, ਤੇ ਇਨਕੁਐਲਿਟੀ ਹੁਣ ਵੀ ਵੱਧ ਰਹੀ ਹੈ। ਮੋਦੀ ਦੇ ਜਿਹੜੀ ਸਰਕਾਰ ਆ BJP ਦੀ, ਉਹਦੇ ਦੌਰਾਨ ਵੀ ਬਹੁਤ ਬੁਰੀ ਤਰ੍ਹਾਂ ਵਧੀ ਹੈ। 1% ਲੋਕਾਂ ਕੋਲ 73% ਦੌਲਤ ਜਾ ਰਹੀ ਹੈ ਹਰੇਕ ਸਾਲ। ਉਹ ਜਿਹੜੀ ਵੱਧ ਰਹੀ ਹੈ ਉਹ ਕਿੱਥੋਂ ਜਾ ਰਹੀ ਹੈ? ਇਹਦਾ ਮਤਲਬ ਤੁਸੀਂ ਦੂਜਿਆਂ ਨੂੰ ਲੁੱਟ ਰਹੇ ਹੋ, ਉਹਨੂੰ ਨਹੀਂ ਦੇ ਰਹੇ। ਇਸੇ ਲਈ ਇੱਕ ਯੂਨੀਵਰਸਲ ਇਨਕਮ ਕਿ ਘੱਟੋ ਘੱਟ ਇਨਕਮ ਹਰੇਕ ਪਰਿਵਾਰ ਦੀ ਹੋਣੀ ਚਾਹੀਦੀ ਹੈ, ਇਹ ਮੁੱਦਾ ਉੱਠਿਆ ਸੀ। ਕਿਸਾਨੀ ਦਾ ਮਸਲਾ ਵੀ ਉਹੀ ਸੀ, MSP ਦੀ ਗੱਲ ਚੱਲੀ, ਤੇ MSP ਦੀ ਗੱਲ ਦੇ ਵਿੱਚ ਇਹੀ ਸੀਗਾ ਕਿ ਉਹਦੇ ਨਾਲ ਵੀ ਨਹੀਂ ਸਰਦਾ, ਇਹਦੇ ਤੋਂ ਵੀ ਇੱਕ ਸਟੈਪ ਅੱਗੇ ਜਾਓ। ਹਰੇਕ ਕਿਸਾਨੀ ਪਰਿਵਾਰ ਦੀ ਘੱਟੋ ਘੱਟ ਇਨਕਮ ਨਿਸ਼ਚਿਤ ਕਰੋ, ਉਹਨੂੰ ਦਿਓ। ਜਿਹੜਾ ਕਾਂਗਰਸ ਨੇ ਉਹਨੂੰ ਮਾਈਲਡ ਜੇ ਰੂਪ 'ਚ ਦਿੱਤਾ ਸੀਗਾ 70,000 ਰੁਪਇਆ, ਉਹ ਜਿੰਨਾ ਗੈਪ ਹੋਊਗਾ ਅਸੀਂ ਦੇਵਾਂਗੇ। ਲੇਕਿਨ ਹੁਣ ਇਹ ਮਤਲਬ MSP ਇੱਕ ਲਿਮਿਟ ਹੈ। ਜਿਹੜੇ 3 ਹੀ ਕਾਨੂੰਨ ਹੈ ਉਹਦੇ 'ਚ 2 ਕਾਨੂੰਨ ਜਿਹੜੇ ਐਸੈਂਸ਼ਲੀ ਕਮੋਡਿਟੀ ਨੂੰ ਛੱਡ ਦਿਓ, ਉਹਦੇ 'ਚ MSP ਦਾ ਜ਼ਿਕਰ ਨਹੀਂ। ਮਿਨਿਸਟਰ ਵੀ ਇਹੀ ਕਹਿੰਦਾ, ਐਗਰੀਕਲਚਰ ਮਿਨਿਸਟਰ ਹੈ ਨਾ ਜੀ, ਤੋਮਰ ਸਾਹਿਬ ਇਹੀ ਕਹਿੰਦੇ ਆ ਕਿ ਉਹਦੇ 'ਚ MSP ਦਾ ਜ਼ਿਕਰ। ਇਹੀ ਤਾਂ ਸਭ ਤੋਂ ਵੱਡੀ ਵਿਡੰਬਨਾ, ਇਹੀ ਸਭ ਤੋਂ ਵੱਡੀ ਸਮੱਸਿਆ ਕਿ ਤੁਸੀਂ MSP ਦਾ ਜ਼ਿਕਰ ਕਰੋ, ਹੈ ਨਾ ਜੀ, ਉਹ ਜ਼ਿਕਰ ਕਰੋ ਕਿ ਘੱਟੋ ਘੱਟ ਜਿਹੜਾ ਮੁੱਲ ਹੈ ਇਹ ਹੋਊਗਾ, ਇਹ ਤੋਂ ਬਾਅਦ ਜ਼ਿਆਦਾ ਹੋਊਗਾ। ਹੁਣ ਵੀ ਕਿਸੇ ਪ੍ਰਾਈਵੇਟ ਨੂੰ ਕੋਈ ਰੋਕ ਥੋੜ੍ਹਾ ਹੈ ਕਿ ਤੁਸੀਂ ਖਰੀਦ ਨਹੀਂ ਸਕਦੇ। ਰੋਕ ਇੱਥੇ ਹੀ ਹੈ ਕਿ MSP 'ਤੇ ਖਰੀਦੋ ਆ ਕੇ, ਤੇ ਪੰਜਾਬ ਹਰਿਆਣੇ 'ਚ MSP ਮਿਲਦੀ। ਮੱਕੀ ਦੀ ਉਦਾਹਰਨ ਇੱਕ ਸਾਹਮਣੇ ਹੈ, ਜੋ ਹੁਣ ਪਿੱਛੇ ਜੇ ਮੱਕੀ ਖਰੀਦੀ ਗਈ ਹੈ ਮੰਡੀਆਂ ਵਿੱਚੋਂ, ਉਹ MSP ਤੋਂ ਘੱਟ ਵਿਕੀ ਹੈ। 1850 ਰੁਪਏ MSP ਦਾ ਰੇਟ ਸੀ, ਪਰ ਉਹ 600-700 ਦੇ ਵਿਚਕਾਰ ਵਿਕੀ ਹੈ, ਕਿਉਂਕਿ ਉਹ ਪ੍ਰਾਈਵੇਟ ਘਰਾਣਿਆਂ ਨੇ ਚੱਕੀ ਹੈ। ਦੇਖੋ ਮੱਕੀ ਨਹੀਂ ਗੱਲੀ, ਜਵਾਰ, ਬਾਜਰਾ, ਕਪਾਹ, ਇਹ ਸਾਰੀਆਂ MSP ਤੋਂ ਘੱਟ ਵਿਕੀਆਂ। 23 ਫਸਲਾਂ ਦੀਆਂ ਮਿਲਦੀਆਂ,
ਤੇ MSP ਤਾਂ ਮਿਲਦੀ 6% ਲੋਕਾਂ ਨੂੰ ਹੈ ਨਾ, ਬਾਕੀ ਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ ਕਿੰਨਾ ਬੈਨੀਫਿਟ ਹੈ। ਇਹੀ ਤਾਂ ਮੁੱਦਾ ਹੁਣ ਇੱਥੇ ਪੰਜਾਬ 'ਚ ਹੈਗਾ ਕਿ ਜਿੰਨੀ ਹਾਂ ਦੋ ਤੀ ਹੈ ਨਾ, ਝੋਨੇ ਦੀ ਮਿਲਦੀ ਹੈ, ਬਾਕੀ ਕਿਸੇ ਦੇ ਮਿਲਦੀ ਨਹੀਂ, ਪੰਜਾਬ 'ਚ ਵੀ ਨਹੀਂ ਮਿਲਦੀ। ਇਸੇ ਲਈ ਕੁਛ ਜਿਹੜੀਆਂ ਸਟੇਟ ਨੇ ਜਿਵੇਂ ਕੇਰਲਾ, ਉਹਨੇ ਆਪਣਾ ਇੱਕ ਮਿਨੀਮਮ ਸਪੋਰਟ ਪ੍ਰਾਈਸ ਬੋਰਡ ਬਣਾਇਆ, ਉਹਦੇ 'ਚ 16 ਫਸਲਾਂ ਦੀ ਸਬਜ਼ੀਆਂ ਦੀ ਵੀ ਦੇ ਰਿਹਾ ਉਹ। ਸੋ ਇਸ ਲਈ ਮਤਲਬ ਤੁਸੀਂ ਇਹ ਤਾਂ ਦੱਸੋ ਵੀ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ, ਬਹੁਤ ਕੀਮਤ ਮਿਲੂਗੀ। ਤੁਸੀਂ ਇਹ ਕੋਈ ਡੈਫੀਨੇਸ਼ਨ ਥੋੜ੍ਹਾ ਹੈ, ਇਹ ਕੋਈ ਜਿਹੜੀ ਇਹਦੀ ਪਰਿਭਾਸ਼ਾ ਹੀ ਨਹੀਂ ਹੈ ਕਿ ਬਹੁਤ ਕੀਮਤ ਮਿਲੂਗੀ। ਇਸ ਤਰ੍ਹਾਂ ਦਾ ਹੀ ਕੰਮ ਹੈ, ਤੁਹਾਡਾ ਬਹੁਤ ਫਾਇਦਾ, ਅੱਛੇ ਦਿਨ ਆਏਂਗੇ ਨਾ। ਅੱਛੇ ਦਿਨ ਕੀ ਹੁੰਦੇ ਆ, ਉਹਦੀ ਪਰਿਭਾਸ਼ਾ ਤਾਂ ਦਿਓ। ਅੱਛੇ ਦਿਨ ਤੁਸੀਂ ਕਹਿੰਦੇ ਕਿਹਨੂੰ, ਤੁਸੀਂ ਚੰਗੀ ਕੀਮਤ ਮਿਲੂਗੀ ਕਿਹਨੂੰ ਕਹਿੰਦੇ ਹੋ? ਅਤੇ ਉਹਦੇ ਵਿੱਚ ਕਹਿਣ ਲਈ ਤਾਂ ਸਾਡੇ ਕੋਲ ਹੁਣ ਤੱਕ ਇਹੀ ਹੈ ਨਾ, ਚੰਗੀ ਕੀਮਤ ਲਈ ਕਿ ਵੀ ਮਿਨੀਮਮ ਸਪੋਰਟ ਪ੍ਰਾਈਸ ਹੁੰਦੀ ਹੈ, ਉਹ ਤੋਂ ਵੱਧ ਮਿਲ ਜੇ ਬਹੁਤ ਵਧੀਆ, ਨਹੀਂ ਘੱਟੋ ਘੱਟ ਉਹ ਮਿਲੇ। ਤੁਸੀਂ ਉਹਨੂੰ ਵੀ ਪਾਉਣ ਲਈ ਤਿਆਰ ਨਹੀਂ ਗੇ, ਅਤੇ ਤੁਸੀਂ ਇਹ ਮਤਲਬ ਇੱਕ ਪੂਰਾ ਕੰਪੇਨ ਚਲਾਈ ਕਿ ਬਹੁਤ ਵਧੀਆ ਇਹਦੀ ਆਜ਼ਾਦੀ ਮਿਲ ਜੂਗੀ, ਇਹਦੇ 'ਚ ਇਹ ਹੋ ਜੂਗਾ। ਕਿਵੇਂ ਆਜ਼ਾਦੀ ਮਿਲ ਜੂਗੀ ਜੇ MSP ਤੋਂ ਬਿਨਾਂ ਅਤੇ ਤੁਸੀਂ ਪੱਕੀ ਉਹਦੀ ਖਰੀਦ ਤੋਂ ਬਿਨਾਂ, ਅਸ਼ੋਰਡ ਖਰੀਦ ਤੋਂ ਬਿਨਾਂ ਕਿਵੇਂ ਆਜ਼ਾਦੀ ਹੋ ਸਕਦੀ ਹੈ ਕਿਸੇ ਕਿਸਾਨ ਦੀ? ਮੈਨੂੰ ਦੱਸੋ। ਨਹੀਂ ਤਾਂ ਬਹੁਤ ਸਾਰੇ ਮੁਲਕਾਂ 'ਚ, ਅਤੇ ਸਾਡੇ ਕੋਲ 2006 ਤੋਂ ਬਾਅਦ ਬਿਹਾਰ 'ਚ ਇਹ ਸਾਰਾ ਕੁਛ ਓਪਨ ਹੈਗਾ ਮੰਡੀ 'ਚ, ਉੱਥੇ ਕਿਉਂ ਬਰਬਾਦੀ ਹੋ ਰਹੀ ਹੈ? ਕਿਉਂ ਜਿਹੜੀ USA ਹੈ ਉਹਨੂੰ $61,000 ਪ੍ਰਤੀ ਫਾਰਮਰ ਸਬਸਿਡੀ ਦੇਣੀ ਪੈ ਰਹੀ ਹੈ ਅੱਜ ਵੀ? ਕਿਉਂ ਦੇਣੀ ਪੈ ਰਹੀ ਹੈ ਜੇ ਇਹੀ ਗੱਲ ਹੋਵੇ? ਸੋ ਇਹ ਜਿਹੜਾ ਮਾਡਲ ਹੈ ਖੁੱਲ੍ਹੀ ਮੰਡੀ ਦਾ, ਪ੍ਰੋ ਕਾਰਪੋਰੇਟ ਮਾਡਲ ਹੈ, ਇਹ ਖੇਤੀ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਾਉਣ ਦੀ ਪੂਰੀ ਸਕੀਮ ਹੈ, ਸੋਚੀ ਸਮਝੀ। ਇਸ ਤਰ੍ਹਾਂ ਨਹੀਂ ਹੈ ਕਿ ਉੱਠ ਕੇ ਆਏ, ਕਿਉਂਕਿ ਕਿਸੇ ਨੇ ਮੰਗਿਆ ਤਾਂ ਹੈ ਨਹੀਂ, ਕਿਸੇ ਕਿਸਾਨ ਜਥੇਬੰਦੀ ਨੇ ਨਹੀਂ ਮੰਗਿਆ, ਪ੍ਰੋ ਪੀਪਲ ਜਿਹੜੇ ਬੁੱਧੀਜੀਵੀ ਆ ਉਹਨਾਂ ਨੇ ਵੀ ਨਹੀਂ ਮੰਗਿਆ, ਇਹ ਸਾਰੇ ਕਿਸੇ ਨੇ ਮੰਗਿਆ ਨਹੀਂ। ਅਤੇ ਤੁਸੀਂ ਇਸ ਕਿਸਾਨੀ ਸੰਕਟ ਚੱਲ ਰਿਹਾ ਹੈ ਸਾਰੇ ਹਿੰਦੁਸਤਾਨ 'ਚ, ਕਿਸਾਨ ਆਤਮ ਹੱਤਿਆਵਾਂ ਕਰ ਰਹੇ ਸੀਗੇ, ਅਤੇ ਫਿਰ ਇਹ ਆਇਆ ਕਿੱਥੋਂ? ਇਹ ਆਇਆ ਸਿਰਫ ਅਤੇ ਸਿਰਫ ਕਾਰਪੋਰੇਟ ਤੋਂ, ਅਤੇ ਕਾਰਪੋਰੇਟ ਦਾ ਹੀ ਮਾਡਲ ਹੈ ਅਤੇ ਐਂਟੀ ਪੀਪਲ ਹੈ, ਇਕੱਲਾ ਕਿਸਾਨੀ ਨਹੀਂ ਸਾਰੇ ਲੋਕਾਂ ਦੇ ਖਿਲਾਫ ਹੈ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਥੈਂਕ ਯੂ ਜੀ, ਧੰਨਵਾਦ ਬਹੁਤ। ਇਹ ਸਾਨੂੰ ਸਾਡੇ ਨਾਲ ਇਕਨੋਮਿਕਸ ਦੇ ਸਾਬਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਬਲਵਿੰਦਰ ਜੀ, ਜਿਨ੍ਹਾਂ ਨੇ ਤੁਹਾਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਇਹ ਸ਼ੁਰੂ ਵੀ ਕਿੱਥੋਂ ਹੁੰਦਾ, ਇਹਦੀ ਆਰਥਿਕ ਨੀਤੀਆਂ ਜੋ ਸਰਕਾਰ ਦੀਆਂ, ਇਹਨਾਂ ਦਾ ਕੀ ਪ੍ਰਭਾਵ ਪੈਣਾ। ਖੇਤੀ ਜੋ ਇੱਕ ਖੇਤੀ ਪੰਜਾਬ ਜੋ ਖੇਤੀ 'ਤੇ ਹੀ ਡਿਪੈਂਡ ਕਰਦਾ, ਖੇਤੀ 'ਤੇ ਹੀ ਪੰਜਾਬ ਖੜਿਆ। ਇਹ ਖੇਤੀ ਖੋਹ ਕੇ, ਸੂਬਿਆਂ ਦੀ ਖੇਤੀ ਖੋਹ ਕੇ ਸਰਕਾਰ, BJP ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਕਾਰਪੋਰੇਟ ਘਰਾਣੇ ਵੀ ਕਿਤੇ ਨਾ ਕਿਤੇ ਖੁਰਾਕ 'ਤੇ ਕਾਬਜ਼ ਹੋਣਾ ਚਾਹੁੰਦੇ ਨੇ। ਲੋਕਡਾਊਨ ਦੇ ਵਿੱਚ ਆਪਣਾ ਕਰੋਨਾ ਦੇ ਦੌਰ ਦੇ ਵਿੱਚ ਉਹਨਾਂ ਨੇ ਦੇਖ ਲਿਆ ਕਿ ਕਿਹੜੀ ਇਨਸਾਨ ਕਿਹੜੀ ਚੀਜ਼ਾਂ ਲੈ ਰਿਹਾ ਹੈ, ਕਿਹੜੀ ਚੀਜ਼ਾਂ ਤੋਂ ਇਨਸਾਨ ਸਾਰ ਸਕਦਾ ਹੈ, ਉਸ ਨੂੰ ਲੈ ਕੇ ਇੱਕਦਮ ਹੀ ਫਿਰ ਇਹ ਲਾਗੂ ਕਰਨੇ, ਚੁੱਪ ਚਪੀਤੇ ਪੰਜਾਬ ਦੇ ਵਿੱਚ ਲਾਗੂ ਕਰਨੇ। ਜਿਵੇਂ ਪੰਜਾਬ ਦੇ ਇੱਕ ਵੱਡੇ ਅਖਬਾਰ ਨੇ ਲਿਖਿਆ ਸੀ ਕਿ ਕਿਸਾਨ ਤਾਂ ਸੰਘਰਸ਼ ਕਰ ਰਹੇ ਨੇ, ਪਰ ਦੂਜੇ ਪਾਸੇ ਚੁੱਪ ਚਪੀਤੇ ਇਹ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਵੀ ਕੀਤੇ ਜਾ ਰਹੇ ਨੇ। ਸੋ ਅੱਗੇ ਕਹਾਣੀ ਕੀ ਬਣੇਗੀ? ਕਿਸਾਨਾਂ ਨਾਲ ਗੱਲਬਾਤ ਸਰਕਾਰ ਦੀ ਹੋਊਗੀ, ਉਹ ਗੱਲਬਾਤ ਕਿਵੇਂ ਸਿਰੇ ਚੜ੍ਹਦੀ ਹੈ, ਕਾਨੂੰਨ ਵਾਪਸ ਹੁੰਦੇ ਨੇ, ਕਿਸਾਨਾਂ ਦਾ ਸੰਘਰਸ਼ ਕਿੱਥੇ ਤੱਕ ਜਾਂਦਾ। ਲਗਾਤਾਰ ਅਸੀਂ ਆਪਣੇ ਚੈਨਲ ਜਿਹੜੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ। ਪੰਜਾਬੀ ਡਾਕ ਤੇ ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਗੁਰਜਿੰਦਰ ਸਿੰਘ।